माफ चाहता है कि आज के प्रोग्राम कुछ करना करके थोड़ा लेट शुरू होया ਤੁਹਾਨੂੰ ਬਿਠਾਈ ਰੱਖਿਆ ਗੁਸਤਾਖੀ ਮਾਫ ਜੀ। ਸਭ ਤੋਂ ਪਹਿਲਾਂ ਆਪ ਸਭ ਦਾ ਧੰਨਵਾਦ। ਮੇਰੀ ਜ਼ਿੰਦਗੀ ਦੇ ਸਭ ਤੋਂ ਖੁਸ਼ਕਿਸਮਤ ਪਲ ਨੇ ਕਿ ਮੈਂ ਪਰਮਾਤਮਾ ਦਾ ਆਪਣੇ ਮੁੱਖ ਮੰਤਰੀ ਸਾਹਿਬ ਦਾ ਸ਼ੁਕਰਾਨਾ ਕਰਦਾ ਕਿ ਇੰਨਾ ਅਹਿਮ ਵਿਭਾਗ, ਕਿਉਂਕਿ ਸਾਡੀ ਸਰਕਾਰ ਤਾਂ ਸਭ ਨੂੰ ਪਤਾ ਹੈ, ਪੂਰੀ ਦੇਸ਼ ਦੁਨੀਆ ਨੂੰ ਪਤਾ ਹੈ, ਤੇ ਸਿੱਖਿਆ ਤੇ ਸਿਹਤ ਦੋ ਮੁੱਖ ਸਾਡੇ ਏਜੰਡੇ ਨੇ। ਤੇ ਸਿੱਖਿਆ ਵਰਗਾ ਪਵਿੱਤਰ ਪਾਕ ਪਵਿੱਤਰ ਮਹਿਕਮਾ ਦੀ ਜ਼ਿੰਮੇਵਾਰੀ ਮੈਨੂੰ ਦਿੱਤੀ ਹੈ ਤੇ ਇਸ ਦੇ ਵਿੱਚ ਤਕਰੀਬਨ ਅੱਜ 2 ਮਹੀਨੇ ਹੋ ਜਾਣਗੇ ਹੋਲੀ ਕਦੇ ਦਿਨ ਤੱਕ। ਤੇ ਮੈਂ ਆਪ ਸਭ ਦਾ ਧੰਨਵਾਦ ਕੀਤਾ ਕਿ ਜਿਸ ਤਰੀਕੇ ਨਾਲ ਜੋ ਪਿਆਰ ਤੁਸੀਂ ਬਖਸ਼ ਰਹੇ ਹੋ ਤੇ ਜਿਸ ਮਨਸੂਬੇ ਨਾਲ ਮੈਂ ਐਸੇ ਮੈਨੂੰ ਲੱਗ ਰਿਹਾ ਕਿ ਮੇਰੇ ਡਿਪਾਰਟਮੈਂਟ ਦਾ ਹਰ ਇੱਕ ਕਰਮਚਾਰੀ ਪ੍ਰਿੰਸੀਪਲਸ ਤੋਂ ਲੈ ਕੇ ਡੀਓਸ ਤੋਂ ਲੈ ਕੇ ਸਾਡੇ ਸਾਰੇ ਲੈਕਚਰਰ, ਸਾਰੇ ਮਾਸਟਰ ਕੈਡਰ, ਸਾਰੇ ਟੀਚਰ, ਸਾਡੇ ਸਾਰੇ ਮੁਲਾਜ਼ਮ, ਹਰ ਤਰ੍ਹਾਂ ਦਾ ਜਿਹੜਾ ਟੈਕਨੀਕਲ ਸਟਾਫ ਵੀ ਹੈ, ਸਾਰੇ ਇਸ ਮਿਸ਼ਨ ਦੇ ਵਿੱਚ ਅਸੀਂ ਇੱਕ ਟੀਮ ਬਣ ਕੇ ਲੱਗੇ ਹੋਏ ਹਾਂ ਤੇ ਇੱਕੋ ਟੀਚਾ ਹੈ ਕਿ ਪੰਜਾਬ ਦੇ ਸਰਕਾਰੀ ਸਕੂਲ ਹੁਣ ਉਹਨਾਂ ਦਾ ਜਿਹੜੀ ਕਾਰਗੁਜ਼ਾਰੀ ਹੈ, ਉਹਨਾਂ ਦੀ ਇਮਾਰਤਾਂ, ਉਹਨਾਂ ਵਿੱਚ ਹੁੰਦੀ ਪੜ੍ਹਾਈ, ਸਾਡੇ ਬੱਚੇ ਇਹ ਦੁਨੀਆ ਦੇ ਵਿੱਚ ਆਉਣਗੇ। ਬਸ ਇਹੀ ਸਾਡਾ ਟੀਚਾ ਹੈ ਤੇ ਮੈਂ ਆਪ ਸਭ ਦਾ ਧੰਨਵਾਦ ਕਰਦਾ ਕਿ ਤੁਸੀਂ ਸਾਰੇ ਜਿਸ ਤਰੀਕੇ ਨਾਲ ਮੇਰਾ ਸਾਥ ਦੇ ਰਹੇ ਹੋ, ਤੁਹਾਡੇ ਵੱਲੋਂ ਮਿਲ ਰਿਹਾ ਪਿਆਰ, ਤੁਹਾਡੇ ਵੱਲੋਂ ਮਿਲ ਰਹੀਆਂ ਦੁਆਵਾਂ ਬਹੁਤ ਮੇਰੇ ਲਈ ਅਹਿਮੀਅਤ ਰੱਖਦੀਆਂ ਨੇ। ਤੇ ਅਕਸਰ ਹੀ ਮੈਂ ਹਫਤੇ ਦੇ ਵਿੱਚ ਕੋਸ਼ਿਸ਼ ਕਰਦਾ 3 ਤੋਂ 4 ਦਿਨ ਮੈਂ ਸਕੂਲਾਂ 'ਚ ਬਿਤਾਵਾਂ, ਵੱਖ-ਵੱਖ ਸਕੂਲਾਂ ਦੇ ਵਿੱਚ, ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਮੈਂ ਗਿਆ। ਤੇ ਹੁਣ ਸਭ ਨੂੰ ਪਤਾ ਲੱਗ ਗਿਆ ਕਿ ਉੱਦਾਂ ਦੇ ਨਹੀਂ ਹੈ ਕਿ ਮੰਤਰੀ ਆਉਂਦਾ ਤਾਂ ਕੋਈ ਚੈਕਿੰਗ ਕਰਨ ਆਉਂਦਾ, ਨਹੀਂ, ਮੈਂ ਆਪਣੇ ਸਕੂਲਾਂ ਨੂੰ ਦੇਖਣ ਜਾਂਦਾ ਤੇ ਜੋ ਪਿਆਰ ਮਿਲਦਾ। ਤੇ ਇੱਕ ਨਵੀਂ ਚੀਜ਼ ਮੈਂ ਦੇਖ ਰਿਹਾ ਹੁਣ ਵੀ, ਜਦੋਂ ਮੈਂ ਆ ਰਿਹਾ ਸੀ ਇੱਥੇ ਤਾਂ ਬੱਚਿਆਂ ਦੇ SMS ਆਉਣ ਲੱਗ ਗਏ ਨੇ, ਬੱਚਿਆਂ ਦੇ ਮੈਸੇਜ ਆਉਣ ਲੱਗ ਗਏ ਜੀ ਸਰ ਸਾਡੇ ਸਕੂਲ ਵੀ ਆਓ, ਸਾਡੇ ਸਕੂਲ ਵੀ ਆਓ। ਤੇ ਟੀਚਰਸ ਨੂੰ ਖੁਸ਼ੀ ਹੁੰਦੀ ਹੈ। ਇਹ ਜਿਹੜਾ ਤੁਹਾਡਾ ਵਿਸ਼ਵਾਸ ਹੈ ਮੇਰੇ ਉੱਤੇ, ਇਹ ਮੇਰੇ ਲਈ ਬਹੁਤ ਵੱਡੀ ਅਹਿਮੀਅਤ ਰੱਖਦਾ। ਤੇ ਯਕੀਨ ਮੰਨੋ, ਅਗਰ ਮੈਂ ਆਪ ਜੀ ਦੇ ਸਕੂਲ ਆ ਰਿਹਾ ਤਾਂ ਮੈਂ ਆਪ ਜੀ ਦੀ ਮਦਦ ਕਰਨ ਆ ਰਿਹਾ। ਤੇ ਹੁਣ ਤੱਕ ਸਾਰੇ ਹੀ ਮਹਿਕਮੇ ਦਾ ਮੈਂ ਧੰਨਵਾਦ ਕਰਦਾ, ਸਾਰੇ ਟੀਚਰਸ ਦਾ। ਮੇਰੇ ਕੋਲ ਹੋਰ ਵਿਭਾਗ ਵੀ ਹੈ, ਮੈਂ ਅਕਸਰ ਕਹਿੰਦਾ ਉਹਨਾਂ ਵਿਭਾਗਾਂ ਦੇ ਵਿੱਚ ਬਹੁਤ ਭ੍ਰਿਸ਼ਟਾਚਾਰ ਸੀ। ਮਾਈਨਿੰਗ ਹੈ, ਮੈਂ ਕਹਿੰਦਾ ਜੀ ਬਹੁਤ ਭ੍ਰਿਸ਼ਟਾਚਾਰ ਸੀ ਉੱਥੇ। ਹੋਰ ਵੀ ਕਈ ਸਰਕਾਰੀ ਵੱਖ-ਵੱਖ ਵਿਭਾਗਾਂ 'ਚ ਵੱਖ ਕਿਸਮ ਦਾ ਭ੍ਰਿਸ਼ਟਾਚਾਰ ਹੁੰਦਾ, ਪਰ ਜਿਹੜਾ ਸਾਡਾ ਸਿੱਖਿਆ ਮਹਿਕਮਾ ਇਹ ਸਭ ਤੋਂ ਇਮਾਨਦਾਰ ਮਹਿਕਮਿਆਂ ਦੇ ਵਿੱਚੋਂ ਇੱਕ ਹੈ। ਮੈਂ ਆਪ ਜਾ ਕੇ ਦੇਖਿਆ ਜੀ, ਅਗਰ ਤੁਹਾਨੂੰ ਗ੍ਰਾਂਟ ਆਈ ਹੈ ਇੱਕ ਕਮਰਾ ਬਣਾਉਣ ਲਈ, ਤੁਸੀਂ ਕਮਰੇ ਦੇ ਨਾਲ ਵਰਾਂਡਾ ਵੀ ਪਾ ਲਿਆ, ਬਾਥਰੂਮ ਵੀ ਠੀਕ ਕਰਾ ਲਿਆ। ਅਗਰ ਕਿਸੇ ਬੱਚੇ ਨੂੰ ਵਰਦੀ ਨਹੀਂ ਮਿਲੀ, ਤੁਸੀਂ ਆਪਣੀ ਤਨਖਾਹਾਂ ਦੇ ਵਿੱਚੋਂ ਉਹਨੂੰ ਵਰਦੀ ਵੀ ਦਿੱਤੀ ਹੈ। ਤੁਸੀਂ ਆਪਣੇ ਸਕੂਲ ਦੇ ਵਿੱਚੋਂ, ਆਪਣੇ ਦੋਸਤਾਂ ਮਿੱਤਰਾਂ ਤੋਂ, ਮੈਂ ਕਈ ਟੀਚਰਸ ਨੂੰ ਮਿਲਿਆ, ਉਹਨਾਂ ਦੀ ਜਦੋਂ ਮੈਰਿਜ ਐਨਵਰਸਰੀ ਸੀ ਉਹ ਕਹਿੰਦੇ ਨਹੀਂ ਸਾਨੂੰ ਗਿਫਟ ਨਹੀਂ ਚਾਹੀਦੇ। ਆਪਣੇ ਵੱਲੋਂ ਫੰਕਸ਼ਨ ਕੀਤਾ, ਕਹਿੰਦੇ ਨਹੀਂ ਸਾਨੂੰ ਜੋ ਤੁਸੀਂ ਪੈਸਾ ਹੋਊਗਾ ਉਹ ਵੀ ਉਹਨੇ ਆਪਣੇ ਸਕੂਲ ਤੇ ਲਾ ਦਿੱਤਾ। ਇਹ ਸਭ ਇਹ ਤੁਸੀਂ ਸਾਰੇ, ਇਸ ਲਈ ਮੈਂ ਬਤੌਰ ਪੰਜਾਬ ਦਾ ਸਿੱਖਿਆ ਮੰਤਰੀ ਹੋਣ ਦੇ ਨਾਤੇ ਆਪ ਸਭ ਦਾ ਧੰਨਵਾਦ ਕਰਦਾ। ਤੁਹਾਡੀ ਬਹੁਤ ਵੱਡੀ ਦੇਣ ਹੈ ਪੰਜਾਬ ਨੂੰ। ਨਾਲ ਇੱਥੇ ਮੈਂ ਉਹਨਾਂ ਸਾਰੇ ਟੀਚਰਸ ਦਾ ਵੀ ਧੰਨਵਾਦ ਕਰਦਾ ਜੋ ਕਈ ਸਾਲਾਂ ਤੋਂ ਬਹੁਤ ਘੱਟ ਪੈਸਿਆਂ ਤੇ ਇਸ ਆਸ ਦੇ ਨਾਲ ਕਿ ਕਦੀ ਪੱਕੇ ਹੋਣਗੇ ਪੜ੍ਹਾ ਰਹੇ ਨੇ। ਮੈਂ ਇੱਕ ਸਕੂਲ 'ਚ ਗਿਆ ਤੇ ਇੱਕ ਮੈਡਮ ਰੋਣ ਲੱਗ ਗਏ, ਉਹਨਾਂ ਨੂੰ 16 ਸਾਲ ਹੋ ਗਏ ਸੀ ਤੇ ਉਸ ਦਿਨ ਵੀ ਉਹ ਪੜ੍ਹਾ ਰਹੇ ਸੀ। ਉਹ ਕਹਿੰਦੇ ਜੀ ਤੇ ਉਹਨਾਂ ਦੇ ਅੱਖਾਂ 'ਚ ਪਾਣੀ ਆ ਗਿਆ ਤੇ 16 ਸਾਲ ਮੈਂ ਇੰਨੇ ਘੱਟ ਪੈਸੇ ਦੇ। ਤੇ ਮੇਰਾ ਐਜ਼ ਬਤੌਰ ਸਿੱਖਿਆ ਮੰਤਰੀ ਤੁਹਾਡੇ ਨਾਲ ਵਾਅਦਾ ਤੇ ਕਮਿਟਮੈਂਟ ਵੀ ਸਾਡੇ ਸਰਕਾਰ ਦੀ, ਅਸੀਂ ਤੁਹਾਡੇ ਦਰਦ ਨਾਲ ਸਮਝਦੇ ਤੇ ਸਾਡੀ ਪ੍ਰਾਇੋਰਟੀ ਹੈ। ਇਸ ਕਰਕੇ ਉਹਨਾਂ ਸਾਰੇ ਟੀਚਰਸ ਦਾ ਖਾਸ ਕਰਕੇ ਜ਼ਿਆਦਾ ਧੰਨਵਾਦ। ਤੁਹਾਡੀ ਕੁਰਬਾਨੀ ਬਹੁਤ ਵੱਡੀ ਹੈ ਸਾਡੇ ਪੰਜਾਬ ਲਈ। ਤੇ ਬਤੌਰ ਸਿੱਖਿਆ ਮੰਤਰੀ ਮੈਂ ਆਪ ਸਭ ਨੂੰ ਨਮਨ ਕਰਦਾ ਤੇ ਵਿਸ਼ਵਾਸ ਦਿਵਾਉਂਦਾ ਕਿ ਤੁਹਾਡਾ ਮੰਤਰੀ ਬਣ ਕੇ ਵੀ ਤੇ ਤੁਹਾਡਾ ਵਕੀਲ ਬਣ ਕੇ ਵੀ ਤੁਹਾਡਾ ਕੰਮ ਅਸੀਂ ਕਰਾ ਕੇ ਦੇਵਾਂਗੇ। ਬਹੁਤ ਸਾਰੇ ਨਵੇਂ ਸੁਧਾਰ ਹੋ ਰਹੇ ਆ ਜੀ। ਅਸੀਂ ਆਪਣੇ ਸਰਕਾਰੀ ਸਕੂਲਾਂ ਨੂੰ ਅਸੀਂ ਚਾਹੁੰਦੇ ਹਾਂ ਕਿ ਅਸੀਂ ਵੀ ਇੱਕ ਸਮਾਜ ਦਾ ਹਿੱਸਾ ਹਾਂ। ਅੱਜ ਪ੍ਰਾਈਵੇਟ ਸਕੂਲਾਂ ਦੀ ਪੜ੍ਹਾਈ ਬਹੁਤ ਮਹਿੰਗੀ ਹੋ ਗਈ ਹੈ ਜੀ, ਉਹ ਇੱਕ ਇੰਡਸਟਰੀ ਬਣ ਚੁੱਕੀ ਹੈ। ਕਿੰਨੀ ਸਾਡੇ ਲਈ ਮਾੜੀ ਗੱਲ ਹੈ ਕਿ ਸਿੱਖਿਆ, ਚਾਹੇ ਆਪਾਂ ਪੁਰਾਤਨ ਸਮੇਂ 'ਚ ਦੇਖ ਲਈਏ, ਸਿੱਖਿਆ ਦਾ ਇੱਕ ਜਿਹੜਾ ਟੀਚਰ ਤੇ ਸਟੂਡੈਂਟ ਦਾ ਰਿਸ਼ਤਾ ਤੇ ਵਿੱਦਿਆ ਇੱਕ ਬਹੁਤ ਪਵਿੱਤਰ ਇਹਨੂੰ ਅਦਾਰਾ ਮੰਨਿਆ ਜਾਂਦਾ ਸੀ, ਪਰ ਅੱਜ ਇੱਕ ਇੰਡਸਟਰੀ ਬਣ ਕੇ ਰਹਿ ਗਈ ਹੈ। ਪ੍ਰਾਈਵੇਟ ਸਕੂਲਸ ਆ ਰਹੇ ਨੇ, ਵੱਡੀਆਂ ਬਿਲਡਿੰਗਾਂ, AC ਕਲਾਸਰੂਮ ਤੇ ਹਜ਼ਾਰਾਂ ਦੀ ਫੀਸਾਂ, ਲੱਖਾਂ ਦੀ ਫੀਸਾਂ। ਦੂਜੇ ਪਾਸੇ ਹਰ ਮਾਂ-ਬਾਪ ਦਾ ਸੁਪਨਾ ਹੁੰਦਾ, ਚਾਹੇ ਕੋਈ ਮਾਂ-ਬਾਪ, ਚਾਹੇ ਕੋਈ ਬਾਪ ਦਿਹਾੜੀ ਕਰੇ, ਚਾਹੇ ਕੋਈ ਅਫਸਰ ਹੈ, ਚਾਹੇ ਬਹੁਤ ਵੱਡਾ ਬਿਜ਼ਨਸਮੈਨ ਹੈ, ਇਹ ਫਰਕ ਨਹੀਂ ਪੈਂਦਾ, ਪਰ ਉਹਦਾ ਇੱਕ ਸੁਪਨਾ ਹੁੰਦਾ ਹਰ ਮਾਂ-ਬਾਪ ਦਾ ਕਿ ਉਹਦਾ ਬੱਚਾ ਸਭ ਤੋਂ ਸ਼ਾਨਦਾਰ ਸਕੂਲ ਦੇ ਵਿੱਚ ਪੜ੍ਹੇ। ਪਰ ਇਹਦੇ ਵਿੱਚ ਉਸ ਮਾਂ-ਬਾਪ ਦਾ ਕੀ ਕਸੂਰ ਹੈ ਕਿ ਅਗਰ ਉਹਦੇ ਆਰਥਿਕ ਸਥਿਤੀ ਇੱਦਾਂ ਦੀ ਨਹੀਂ ਹੈ ਕਿ ਉਹ ਆਪਣੇ ਬੱਚੇ ਨੂੰ ਪ੍ਰਾਈਵੇਟ ਉਹਨਾਂ ਵੱਡੇ ਸਕੂਲਾਂ 'ਚ ਨਹੀਂ ਪੜ੍ਹਾ ਸਕਦਾ, ਤਾਂ ਸਰਕਾਰ ਦੇ ਉੱਤੇ ਨਿਰਭਰ ਹੋ ਜਾਂਦਾ ਹੈ। ਉਹ ਆਪਣਾ ਸਾਰਾ ਕੁਝ ਦਾ ਆਪਣੇ ਸਰਕਾਰੀ ਸਕੂਲਾਂ 'ਤੇ ਲਾ ਦਿੰਦਾ। ਇਸ ਦਾ ਮਤਲਬ ਇਹ ਨਹੀਂ ਕਿ ਸਾਡੇ ਉਸ ਬੱਚੇ ਨੂੰ ਵਧੀਆ ਪੜ੍ਹਾਈ ਤੋਂ ਵਾਂਝੇ ਹੋ ਜਾਣ। ਹੁਣ ਤੱਕ ਤੁਹਾਨੂੰ ਬਹੁਤ ਚੁਣੌਤੀਆਂ ਸੀ ਜੀ, ਮੈਨੂੰ ਪਤਾ ਤੁਸੀਂ ਬਹੁਤ ਔਖੇ ਤੇ ਬਹੁਤ ਚੁਣੌਤੀਆਂ ਦੇ ਨਾਲ ਇਹ ਸਭ ਕੁਝ ਕੀਤਾ।
ਪਰ ਹੁਣ ਨਿਜ਼ਾਮ ਬਦਲ ਗਿਆ। ਅਸੀਂ ਹਰ ਤਰੀਕੇ ਨਾਲ ਆਪਣੇ ਸਰਕਾਰੀ ਸਕੂਲਾਂ ਨੂੰ ਉਹਨਾਂ ਪ੍ਰਾਈਵੇਟ ਸਕੂਲਾਂ ਦੇ ਬਰਾਬਰ ਜਾਂ ਫਿਰ ਉਹਨਾਂ ਤੋਂ ਵੀ ਵਧੀਆ ਬਣਾਉਣਾ ਹੈ। 19,000 ਸਕੂਲ ਹੈ, ਬਹੁਤ ਵੱਡਾ ਟੀਚਾ ਹੈ। ਇੱਕਦਮ ਨਹੀਂ ਹੋਊਗਾ, 1 ਮਹੀਨੇ 'ਚ ਨਹੀਂ ਹੋਊਗਾ, 2 ਮਹੀਨੇ 'ਚ ਨਹੀਂ, ਇਹਨੂੰ ਸਾਲ ਲੱਗਣਗੇ। ਪਰ ਐਦਾਂ ਲੱਗਣਾ ਚਾਹੀਦਾ ਕਿ ਹਵਾ ਬਦਲ ਚੁੱਕੀ ਹੈ। ਜਿਹੜੇ ਚੇਂਜਸ ਆਪਾਂ ਆਪ ਹੀ ਕਰ ਸਕਦੇ ਹਾਂ ਉਹ ਚੇਂਜਸ ਕਰ ਦਈਏ ਜੀ। ਉਸੇ ਦੇ ਸ਼ੁਰੂਆਤ ਵੱਲ ਆਪਾਂ ਪਿਛਲੇ 2 ਮਹੀਨੇ ਤੋਂ ਬਹੁਤ ਕੁਝ ਕੀਤਾ ਤੇ ਆਉਣ ਵਾਲੇ ਮਹੀਨਿਆਂ 'ਚ ਵੀ ਆਪਾਂ ਬਹੁਤ ਕੁਝ ਕਰਾਂਗੇ। ਇੱਕ ਛੋਟਾ ਜਿਹਾ ਜਿਹੜਾ ਅਸੀਂ ਉਪਰਾਲਾ ਕਰ ਰਹੇ ਹਾਂ ਉਹ ਇਹ ਹੈ ਕਿ 3 ਸਤੰਬਰ ਨੂੰ ਇੱਕ ਮੇਗਾ ਪੇਰੈਂਟਸ ਟੀਚਰ ਮੀਟਿੰਗ, ਜਿਹਨੂੰ ਤੁਸੀਂ ਮਾਪੇ ਅਧਿਆਪਕ ਮਿਲਣੀ ਵੀ ਕਹਿ ਦਿੰਦੇ ਹੋ, ਪਰ ਮੈਨੂੰ ਲੱਗਦਾ ਇਹਦਾ ਨਾਮ ਪੇਰੈਂਟਸ ਟੀਚਰ ਮੀਟਿੰਗ ਹੀ ਰੱਖਣਾ ਚਾਹੀਦਾ ਹੈ। ਫਿਰ ਬਹੁਤ ਸਾਰੇ ਇੰਗਲਿਸ਼ ਦੇ ਇੱਦਾਂ ਦੇ ਅਲਫਾਜ਼ ਹੁੰਦੇ ਆ, ਜੇ ਤੁਸੀਂ ਉਹਨਾਂ ਦੀ ਐਗਜ਼ੈਕਟ ਪੰਜਾਬੀ ਟਰਾਂਸਲੇਸ਼ਨ ਕਰੋ ਤਾਂ ਆਪਣਾ ਭਾਵ ਖੋ ਦਿੰਦੇ ਆ। ਤਾਂ ਇਹ ਪੇਰੈਂਟਸ ਟੀਚਰ ਮੀਟਿੰਗ ਇੱਕ ਨਵਾਂ ਉਪਰਾਲਾ ਹੋਵੇ ਇਸ ਵਾਰੀ। ਅੱਗੇ ਵੀ ਹੁੰਦੀਆਂ ਸੀ ਪਰ ਉਸ ਵਕਤ ਪੜ੍ਹਾਈ ਜਾਂ ਉਸ ਸਿਸਟਮ 'ਚ ਨਹੀਂ ਹੁੰਦੀ ਸੀ ਜਿਵੇਂ ਪ੍ਰਾਈਵੇਟ ਸਕੂਲਾਂ 'ਚ ਹੁੰਦੀ ਸੀ। ਤਾਂ ਮੇਰੀ ਆਪ ਸਭ ਨੂੰ ਬੇਨਤੀ ਹੈ ਕਿ ਇਸ ਵਾਰ ਦੀ ਪੇਰੈਂਟ ਟੀਚਰ ਮੀਟਿੰਗ ਖਾਸ ਹੋਵੇ। ਕੱਲ ਤੁਹਾਡੇ ਸਕੂਲ 'ਚ ਸਾਡੇ ਬੱਚੇ ਆਉਣਗੇ ਜੀ, ਉਹਨਾਂ ਨੂੰ ਤੁਸੀਂ ਪ੍ਰੇਰਿਤ ਕਰਨਾ, ਉਹਨਾਂ ਨੂੰ ਯਕੀਨ ਦਿਵਾਉਣਾ ਕਿ ਤੁਹਾਡੀ ਸ਼ਿਕਾਇਤਾਂ ਨਹੀਂ ਲੱਗਣਗੀਆਂ। ਕਿਉਂਕਿ ਯਾਦ ਹੈ ਜਦੋਂ ਮੈਂ ਪੜ੍ਹਦਾ ਸੀ ਤਾਂ ਸਾਡੇ ਵਿੱਚ ਵੀ ਇੱਕ ਪੇਰੈਂਟ ਟੀਚਰ ਮੀਟਿੰਗ ਜਦੋਂ ਆਉਂਦੀ ਸੀ ਤਾਂ ਬੱਚੇ ਨੂੰ ਡਰ ਲੱਗਣ ਲੱਗ ਜਾਂਦਾ ਸੀ ਕਿ ਅੱਛਾ ਹੁਣ ਮੇਰੇ ਪੇਰੈਂਟਸ ਜਾਣਗੇ, ਪਤਾ ਨਹੀਂ ਕਿਹੜੇ ਮੈਡਮ ਕਿਹੜੀ ਸ਼ਿਕਾਇਤ ਲਾ ਦੇਣ, ਮੇਰੀ ਕਿਹੜੀ ਕਰਤੂਤ ਦੱਸ ਦੇਣ। ਤਾਂ ਉਹ ਇੱਕ ਬੱਚਿਆਂ 'ਚ ਇੱਕ ਡਰ ਤੇ ਸਹਿਮ ਵੀ ਹੋ ਜਾਂਦਾ ਸੀ। ਪਰ ਕਿਉਂਕਿ ਪ੍ਰਾਈਵੇਟ ਸਕੂਲ ਉੱਥੇ ਬੁਲਾਉਣਾ ਪੈਂਦਾ, ਸਖਤੀ ਬਹੁਤ ਸੀ। ਪਰ ਆਪਾਂ ਚਾਹੁੰਦੇ ਹਾਂ ਕਿ ਸਰਕਾਰੀ ਸਕੂਲਾਂ ਦੇ ਵਿੱਚ ਇਹ ਹਜੇ ਨਵਾਂ ਤਜਰਬਾ ਹੈ। ਤੁਸੀਂ ਆਪਣੇ ਬੱਚਿਆਂ ਨੂੰ ਕਿਉਂਕਿ ਆਪਣੇ ਪੇਰੈਂਟਸ ਨੂੰ ਲੈ ਕੇ ਅਸੀਂ ਥੋੜੀ ਚੰਗੀ ਗੱਲਾਂ ਦੱਸਾਂਗੇ, ਉਹਨਾਂ ਨੂੰ ਵੀ ਪਤਾ ਲੱਗੇ ਕਿ ਉਹਨਾਂ ਦੇ ਬੱਚੇ, ਤੇ ਉਹਨਾਂ ਨੂੰ ਭਰੋਸਾ ਦਿਵਾਉਣਾ। ਇਸ ਮੀਟਿੰਗ ਦਾ ਇੱਕੋ ਮਕਸਦ ਹੈ ਕਿ ਜੋ ਸਰਕਾਰ ਦਾ, ਜੋ ਆਪਣੀ ਸਾਰੀ ਟੀਮ ਦਾ, ਕਿਉਂਕਿ ਮੈਂ ਕੋਈ ਮੰਤਰੀ ਬਣ ਕੇ ਨਹੀਂ ਜਾਂ ਸਾਡੇ ਅਧਿਕਾਰੀ ਨਹੀਂ, ਅਸੀਂ ਇੱਕ ਟੀਮ ਹੈ ਤੇ ਅਸੀਂ ਇਹ ਸਾਰੀ ਟੀਮ ਦਾ ਇੱਕੋ ਮਿਸ਼ਨ ਹੈ ਕਿ ਪੰਜਾਬ ਦੇ ਸਰਕਾਰੀ ਸਕੂਲ ਪ੍ਰਾਈਵੇਟ ਨਾਲੋਂ ਵਧੀਆ ਹੋਣ। ਤੇ ਜੋ ਮਰਜ਼ੀ ਕਰਨਾ ਪਿਆ ਕਰਾਂਗੇ, ਸਾਡੀ ਨੀਅਤ ਸਾਫ਼ ਹੈ। ਤਾਂ ਤੁਸੀਂ ਸਾਡੇ ਮੈਸੇਂਜਰ ਬਣ ਕੇ ਤੁਸੀਂ ਹੀ ਗਰਾਊਂਡ ਤੇ ਚੇਂਜ ਲੈ ਕੇ ਆ ਸਕਦੇ ਹੋ। ਤੁਸੀਂ ਉਹਨਾਂ ਮਾਂ-ਬਾਪ ਨੂੰ ਇਹ ਯਕੀਨ ਦਿਵਾਉਣਾ ਕਿ ਜੀ ਨਿਸ਼ਚਿੰਤ ਹੋ ਜਾਓ, ਇਹ ਨਿਸ਼ਚਿੰਤ ਹੋ ਜਾਓ, ਇਹ ਸਾਡੀ ਗਰੰਟੀ ਹੈ ਕਿ ਤੁਹਾਡੇ ਬੱਚੇ ਸਭ ਤੋਂ ਸ਼ਾਨਦਾਰ ਸਕੂਲ 'ਚ ਪੜ੍ਹ ਰਹੇ ਨੇ। ਹਾਂ, ਹੋ ਸਕਦਾ ਇਮਾਰਤ ਦਾ ਹਾਲ ਮਾੜਾ ਹੋਵੇ, ਹੋ ਸਕਦਾ ਜੇ ਬਾਹਰ ਗੰਦਗੀ ਹੋਵੇ, ਪਰ ਆਉਣ ਵਾਲੇ ਦਿਨਾਂ 'ਚ ਦੇਖਿਓ, ਮਹੀਨਿਆਂ 'ਚ ਦੇਖਿਓ ਤੇ ਕੁਝ ਸਮੇਂ 'ਚ ਦੇਖਿਓ, ਪਰ ਇੱਥੇ ਹੋਣ ਵਾਲੀ ਪੜ੍ਹਾਈ ਹੁਣ ਸਭ ਤੋਂ ਸ਼ਾਨਦਾਰ ਹੋਊਗੀ। ਨਿਸ਼ਚਿੰਤ ਹੋ ਜਾਓ। ਇਸ ਕਰਕੇ ਕੱਲ ਸਾਰੇ ਬੱਚਿਆਂ ਨੂੰ ਪ੍ਰੇਰਿਤ ਕਰੋ ਕਿ ਆਪਣੇ ਮਾਂ-ਬਾਪ ਨੂੰ ਲੈ ਕੇ ਆਉਣ, ਵੱਧ ਤੋਂ ਵੱਧ ਮਾਂ-ਬਾਪ ਨੂੰ ਲੈ ਕੇ ਆਉਣ। ਤਾਂ ਤੁਸੀਂ ਹਰ ਸਕੂਲ ਆਪਣੇ ਆਪ 'ਚ ਇੱਕ ਯੂਨਿਟ ਹੈ, ਤੁਸੀਂ ਆਪਣੇ ਲੈਵਲ 'ਤੇ ਮੀਟਿੰਗ ਕਰੋ ਕਿ ਕਿਵੇਂ ਉਹ ਤੁਹਾਡੀ ਪੇਰੈਂਟਸ ਟੀਚਰ ਮੀਟਿੰਗ ਕਿਵੇਂ ਕਾਮਯਾਬ ਹੋਊਗੀ, ਕਿਵੇਂ ਉਹਨੂੰ ਹੋਰ ਜਿਹੜਾ ਹੈ ਤੁਸੀਂ ਬਹੁਤ ਸ਼ਾਨਦਾਰ ਬਣਾਉਣਾ। ਉਸ ਦੇ ਵਿੱਚ ਕੁਝ ਚੀਜ਼ਾਂ ਜੋ ਮੈਂ ਚਾਹੁੰਦਾ ਹਾਂ ਕਿ ਜਦੋਂ ਪੇਰੈਂਟਸ ਆਉਣ, ਇਨਸ਼ੋਰ ਕੀਤਾ ਜਾਵੇ ਉਹ ਸਾਰੇ ਟੀਚਰਸ ਨੂੰ ਮਿਲ ਕੇ ਜਾਣ। ਸਿਰਫ ਜਿਹੜੇ ਕਲਾਸ ਟੀਚਰ ਆ ਉਹਨਾਂ ਨੂੰ ਨਹੀਂ, ਜਿਹੜੇ ਬਾਕੀ ਸਬਜੈਕਟ ਪੜ੍ਹਾਉਂਦੇ ਆ ਉਹਨਾਂ ਨੂੰ ਵੀ ਮਿਲ ਕੇ ਜਾਣ ਤੇ ਆਪਾਂ ਇਨਸ਼ੋਰ ਕਰੀਏ ਕਿ ਆਪਾਂ ਬੱਚੇ ਦੀ ਖੂਬੀਆਂ ਦੱਸੀਏ। ਮੈਨੂੰ ਪਤਾ ਹੈ ਹਰ ਬੱਚਾ ਪੜ੍ਹਾਈ 'ਚ ਇੰਨਾ ਸ਼ਾਨਦਾਰ ਨਹੀਂ ਹੁੰਦਾ, ਪਰ ਹਰ ਬੱਚੇ ਦੇ ਵਿੱਚ ਕੋਈ ਨਾ ਕੋਈ ਗੁਣ ਬਹੁਤ ਸ਼ਾਨਦਾਰ ਹੁੰਦਾ ਹੈ। ਜਿਵੇਂ ਮੈਂ ਪਰਸੋਂ ਚੌਥੇ ਸਕੂਲ 'ਚ ਗਿਆ ਸੀ, ਇੱਕ ਬੱਚਾ, ਨੌਜਵਾਨ ਮੁੰਡਾ ਨਵੀਨ, ਬਹੁਤ ਸ਼ਾਨਦਾਰ ਗਾਉਂਦਾ ਹੈ। ਉਹਦੀ ਮੈਂ ਵੀਡੀਓ ਪਾਈ ਤਾਂ ਜਦੋਂ ਮੈਂ ਆਪਣੇ ਫੇਸਬੁੱਕ ਤੇ ਸ਼ੇਅਰ ਕੀਤੀ ਤਾਂ ਮੈਨੂੰ 2-3 ਸਿੰਗਰਸ ਨੇ ਕੰਟੈਕਟ ਕਰ ਲਿਆ ਕਿ ਅਸੀਂ ਉਸ ਨੂੰ ਲਾਂਚ ਕਰਨ ਲਈ ਵੀ ਤਿਆਰ ਹਾਂ। ਤਾਂ ਹਰ ਬੱਚੇ ਦੇ ਵਿੱਚ ਟੈਲੈਂਟ ਹੈ, ਕੋਈ ਬਹੁਤ ਸ਼ਾਨਦਾਰ ਪੇਂਟਿੰਗ ਕਰਦਾ, ਕੋਈ ਸਾਡੀ ਬੱਚੀ ਬਹੁਤ ਸ਼ਾਨਦਾਰ ਸਟਿਚਿੰਗ ਕਰਦੀ ਹੈ। ਹਰ ਬੱਚੇ 'ਚ ਖਾਸੀਅਤ ਹੈ ਜੀ। ਤੇ ਇੱਕ ਟੀਚਰ ਨੂੰ ਸਭ ਪਤਾ ਹੁੰਦਾ ਕਿ ਮੇਰੇ ਕਿਹੜੇ ਬੱਚੇ ਦੇ ਵਿੱਚ ਕਿਹੜਾ ਗੁਣ ਹੈ। ਤਾਂ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਉਹਨਾਂ ਬੱਚਿਆਂ ਦੇ ਗੁਣ ਆਇਡੈਂਟੀਫਾਈ ਕਰਕੇ ਉਹਨਾਂ ਦੇ ਪੇਰੈਂਟਸ ਨੂੰ ਦੱਸੋ। ਫਿਰ ਜਦੋਂ ਬੱਚੇ ਆਪਣੇ ਮਾਂ-ਬਾਪ ਦੇ ਨਾਲ ਆਉਣਗੇ, ਉਹਨਾਂ ਦੇ ਮਾਂ-ਬਾਪ ਦੇ ਸਾਹਮਣੇ ਜਦੋਂ ਆਪਾਂ ਉਹਦੀ ਤਾਰੀਫ ਕਰਦੇ ਹਾਂ ਤਾਂ ਮਾਂ-ਬਾਪ ਦਾ ਕੌਨਫੀਡੈਂਸ ਵੀ ਵੱਧਦਾ ਹੈ ਤੇ ਬੱਚੇ ਦਾ ਵੀ ਕੌਨਫੀਡੈਂਸ ਵੱਧਦਾ ਹੈ। ਇੱਕ ਚੀਜ਼ ਜੋ ਮੈਨੂੰ ਆਪਣੇ ਸਕੂਲਾਂ 'ਚ ਜਾ ਕੇ ਲੱਗੀ, ਈਵਨ ਜਦੋਂ ਮੈਂ ਵਧੀਆ ਤੋਂ ਵਧੀਆ ਜਿਹੜੇ ਸਾਡੇ ਮਾਡਲ ਸਕੂਲਸ ਨੇ, ਮੈਰੀਟੋਰੀਅਸ ਸਕੂਲਾਂ 'ਚ ਵੀ ਗਿਆ, ਸਾਡੇ ਬੱਚਿਆਂ 'ਚ ਕੌਨਫੀਡੈਂਸ ਹੀ ਬਹੁਤ ਕਮੀ ਹੈ, ਉਹਨਾਂ 'ਚ ਕੌਨਫੀਡੈਂਸ ਲੈਕ ਹੋਇਆ। ਤਾਂ ਇਹਦਾ ਹੀ ਕਾਰਨ ਹੈ ਕਿ ਆਪਾਂ ਉਹਨਾਂ 'ਚ ਕੌਨਫੀਡੈਂਸ ਬੂਸਟ ਕਰਨਾ ਪੈਣਾ। ਤਾਂ ਇਹ ਪੇਰੈਂਟਸ ਟੀਚਰ ਮੀਟਿੰਗ ਇੱਕ ਜ਼ਰੀਆ ਹੈ। ਆਪਾਂ ਉਹਨਾਂ ਦੇ ਮਾਂ-ਬਾਪ ਸਾਹਮਣੇ, ਉੱਥੇ ਹੋਰ ਵੀ ਹੋਣਗੇ, ਜਦੋਂ ਆਪਾਂ ਉਹਨਾਂ ਦੀ ਤਾਰੀਫ ਕਰਾਂਗੇ ਤਾਂ ਉਹਨਾਂ 'ਚ ਕੌਨਫੀਡੈਂਸ ਆਊਗਾ, ਉਹਨਾਂ ਨੂੰ ਸਕੂਲ ਦੇ ਨਾਲ ਮੁਹੱਬਤ ਹੋਊਗੀ ਤੇ ਮਾਂ-ਬਾਪ ਨੂੰ ਵੀ ਤਸੱਲੀ ਆਊਗੀ ਕਿ ਹਾਂ, ਹੋ ਸਕਦਾ ਕਿ ਮੈਂ ਆਪ ਹੀ ਕਾਰਨਾਂ ਕਰਕੇ ਜਾਂ ਹੋਰ ਕਾਰਨਾਂ ਕਰਕੇ ਉਹ ਵੱਡੇ ਸਕੂਲਾਂ 'ਚ ਤਾਂ ਨਹੀਂ ਪੜ੍ਹਾ, ਪਰ ਮੇਰਾ ਬੱਚਾ ਸਹੀ ਹੱਥਾਂ ਦੇ ਵਿੱਚ ਹੈ, ਸਾਡਾ ਬੱਚਾ ਸਹੀ ਵਿੱਦਿਆ ਪ੍ਰਾਪਤ ਕਰ ਰਿਹਾ, ਸਾਡਾ ਬੱਚਾ ਵੀ ਵਕੀਲ, ਡਾਕਟਰ, ਮੰਤਰੀ, ਜੋ ਵੀ IAS IPS ਬਣ ਸਕਦਾ, ਸਾਡੇ ਬੱਚੇ ਤੋਂ ਡਾਕਟਰ ਬਣ ਸਕਦਾ। ਸਾਡਾ ਬੱਚਾ ਇਸ ਕਰਕੇ ਜ਼ਿੰਦਗੀ 'ਚ ਪਿੱਛੇ ਨਹੀਂ ਰਹਿ ਜਾਊਗਾ ਕਿਉਂਕਿ ਹੋ ਸਕਦਾ ਉਹ ਪ੍ਰਾਈਵੇਟ 'ਚ ਨਹੀਂ ਪੜ੍ਹ ਸਕਿਆ। ਇਹ ਜਿਹੜਾ ਵਿਸ਼ਵਾਸ ਹੈ ਇਹ ਉਹਨਾਂ ਆਪਾਂ ਮਾਂ-ਬਾਪ ਨੂੰ ਦਿਵਾਉਣਾ। ਇਸੇ ਦੇ ਦੌਰਾਨ ਤੁਸੀਂ ਕੋਸ਼ਿਸ਼ ਕਰੋ ਆਪਣੇ ਲੈਵਲ ਤੇ ਪਲਾਨ ਕਰਕੇ ਕੁਝ ਗੇਮਸ ਪੇਰੈਂਟਸ ਦੇ ਲਈ ਜਾਂ ਕੋਈ ਹੋਰ ਪੇਰੈਂਟਸ ਦੇ ਲਈ ਐਕਟੀਵਿਟੀ ਆਪਾਂ ਜ਼ਰੂਰ ਪਲਾਨ ਕਰੀਏ, ਤਾਂ ਕਿ ਉਹਨਾਂ ਨੂੰ ਮਾਂ-ਬਾਪ ਨੂੰ ਵੀ ਲੱਗੇ ਕਿ ਅਸੀਂ ਸਕੂਲ ਦਾ ਹਿੱਸਾ ਹਾਂ, ਅਸੀਂ ਸਕੂਲ ਦੇ ਵਿੱਚ ਇਨਵੋਲਵ ਹੋ ਰਹੇ ਹਾਂ
ਤੇ ਅਗਲੀ ਵਾਰੀ ਇੱਕ ਹੋਰ ਆਪਾਂ ਉਹਨਾਂ ਨੇ ਕਹਿਣਾ ਕਿ ਅਗਲੀ ਪੇਰੈਂਟ ਟੀਚਰ ਮੀਟਿੰਗ ਤੇ ਜਦੋਂ ਤੁਸੀਂ ਆਓਗੇ ਤੁਹਾਨੂੰ ਬਹੁਤ ਫਰਕ ਮਿਲੂਗਾ ਤੇ ਅਗਲੀ ਪੇਰੈਂਟ ਮੀਟਿੰਗ ਤੁਹਾਨੂੰ ਰੋਜ਼ ਤੁਹਾਡੇ ਬੱਚੇ 'ਚ ਵੀ ਫਰਕ ਮਿਲੂਗਾ। ਅਸੀਂ ਬਹੁਤ ਸੁਧਾਰ ਕਰ ਰਹੇ ਹਾਂ ਜੀ, ਅਸੀਂ ਨਵੇਂ ਕੋਰਸਿਸ ਲੈ ਕੇ ਆ ਰਹੇ ਹਾਂ, ਨਵੇਂ ਪ੍ਰੈਕਟਿਸਿਸ ਲੈ ਕੇ ਆ ਰਹੇ ਹਾਂ, 100 ਸਕੂਲ ਆਫ ਐਮੀਨੈਂਸ ਲੈ ਕੇ ਆ ਰਹੇ ਹਾਂ, ਜਿਨ੍ਹਾਂ ਸਕੂਲਾਂ ਦੇ ਵਿੱਚ ਕੋਈ ਬੁਨਿਆਦੀ ਢਾਂਚੇ ਦੀ ਬਹੁਤ ਬੁਰੀ ਹਾਲਤ ਹੈ ਉਹ ਠੀਕ ਕਰ ਰਹੇ ਹਾਂ। ਤੁਹਾਡੇ ਨੂੰ ਆਉਣ ਵਾਲੇ ਦਿਨਾਂ 'ਚ ਤੁਹਾਨੂੰ ਹੋਰ ਜਿਹੜੀਆਂ ਤੁਹਾਡੀ ਪ੍ਰਮੁੱਖ ਮੰਗਾਂ ਸੀ ਉਹਦੇ ਉੱਤੇ ਵੀ ਕੰਮ ਚੱਲ ਰਿਹਾ, ਸਫਾਈ ਸੈਨੀਟੇਸ਼ਨ ਦੀ ਡਿਮਾਂਡ ਹੈ, ਸਿਕਿਉਰਿਟੀ ਗਾਰਡਸ ਦੀ ਡਿਮਾਂਡ, ਉਹਦੇ ਉੱਤੇ ਵੀ ਪ੍ਰਪੋਜ਼ਲ ਲਗਾਤਾਰ ਚੱਲ ਰਹੇ ਨੇ। ਅਸੀਂ ਸਕੂਲਾਂ ਦੇ ਵਿੱਚ ਉਹਦੇ ਵੀ ਪੂਰੀ ਤਿਆਰੀ ਚੱਲ ਰਹੀ ਹੈ ਕਿ ਤੁਹਾਨੂੰ ਜੋ ਫੈਸਿਲਿਟੀਜ਼ ਚਾਹੀਦੀਆਂ ਤਾਂ ਕਿ ਟੀਚਰ ਸਿਰਫ ਅਤੇ ਸਿਰਫ ਬੱਚੇ ਨੂੰ ਪੜ੍ਹਾਉਣ ਦੇ ਉੱਤੇ ਕਰਨ, ਉਹਨਾਂ ਨੂੰ ਸਫਾਈ ਦੀ ਟੈਨਸ਼ਨ ਨਾ ਹੋਵੇ, ਉਹਨਾਂ ਨੂੰ ਸਿਕਿਉਰਿਟੀ ਦੀ ਟੈਨਸ਼ਨ ਨਾ ਹੋਵੇ। ਇਹ ਸਭ ਸੁਧਾਰ ਵੀ ਅਸੀਂ ਕਰ ਰਹੇ ਹਾਂ। ਤਾਂ ਤੁਸੀਂ ਯਕੀਨ ਦਿਵਾਉਣਾ ਹੈ ਮੇਰੇ ਵੱਲੋਂ, ਸਾਡੇ ਮੁੱਖ ਮੰਤਰੀ ਸਾਹਿਬ ਵੱਲੋਂ, ਸਾਡੇ ਸਾਰੇ ਡਿਪਾਰਟਮੈਂਟ ਵੱਲੋਂ ਕਿ ਜੀ ਹੁਣ ਸਰਕਾਰੀ ਸਕੂਲ ਸਭ ਤੋਂ ਵਧੀਆ ਬਣਨਗੇ। ਤੁਸੀਂ ਨਿਸ਼ਚਿੰਤ ਹੋ ਜਾਓ, ਤੁਹਾਡਾ ਬੱਚਾ ਸਹੀ ਹੱਥਾਂ ਦੇ ਵਿੱਚ ਹੈ। ਤੇ ਅਗਲੀ ਪੇਰੈਂਟ ਟੀਚਰ ਮੀਟਿੰਗ ਤੱਕ ਤੁਹਾਨੂੰ ਹੋਰ ਬਹੁਤ ਸਾਰੇ ਸੁਧਾਰ ਮਿਲਣਗੇ। ਇੱਕ ਨਵੇਕਲਾ ਉਪਰਾਲਾ ਤੇ ਮੈਂ ਚਾਹੂੰਗਾ ਤੁਸੀਂ ਸਾਰੇ ਉਸ ਦਿਨ ਦੀਆਂ ਫੋਟੋਜ਼ ਖਿਚਵਾਓ। ਅਗਰ ਹੋ ਸਕੇ ਕਿ ਬਹੁਤ ਥੋੜਾ ਸਮਾਂ ਅਗਰ ਹੋ ਸਕੇ ਕੋਈ ਚਾਹ ਪਾਣੀ ਦਾ ਅਰੇਂਜਮੈਂਟ ਉਹਨਾਂ ਪੇਰੈਂਟਸ ਲਈ ਹੋ ਸਕੇ ਪਿੰਡ ਲੈਵਲ ਦੇ ਉੱਤੇ ਤੁਹਾਡੀ SMC ਵੱਲੋਂ ਉਹ ਕੀਤਾ ਜਾਵੇ। ਸਕੂਲ ਜੇ ਅਗਰ ਥੋੜਾ ਬਹੁਤ ਉਸ ਦਿਨ ਸਫਾਈ ਵਧੀਆ ਹੋਵੇ, ਸਜਾਏ ਜਾਣ ਤਾਂ ਕਿ ਪੇਰੈਂਟਸ ਨੂੰ ਲੱਗੇ ਵਾਕਈ ਕੁਝ ਫਰਕ ਆਇਆ। ਉਹ ਤੁਸੀਂ ਕਰੋ। ਮੈਂ ਵੀ ਕੁਝ ਸਕੂਲਾਂ 'ਚ ਜਾਊਂਗਾ, ਸਾਡੇ ਸਾਰੇ ਅਫਸਰ ਸਾਹਿਬਾਨ ਵੀ ਜਾਣਗੇ। ਮੈਂ ਆਪਣੇ MLA ਸਾਹਿਬਾਨਾਂ ਨੂੰ ਵੀ, ਸਾਰੇ ਪੰਜਾਬ ਦੇ MLA ਸਾਹਿਬਾਨਾਂ ਨੂੰ ਵੀ ਬੇਨਤੀ ਕਰੂੰਗਾ ਉਹ ਕੁਝ ਸਕੂਲਾਂ 'ਚ, ਸਰਕਾਰੀ ਸਕੂਲਾਂ 'ਚ ਜਾਣ। ਮੈਂ ਖੁਦ ਵੀ ਕਈ ਸਕੂਲਾਂ 'ਚ ਜਾਊਂਗਾ ਤੇ ਆਪਾਂ ਇਸ ਪੇਰੈਂਟ ਟੀਚਰ ਮੀਟਿੰਗ ਨੂੰ ਬਹੁਤ ਕਾਮਯਾਬ ਕਰੀਏ, ਬਹੁਤ ਕਾਮਯਾਬ ਕਰੀਏ। ਅੰਤ ਦੇ ਵਿੱਚ ਇੱਕ ਵਾਰੀ ਫਿਰ ਆਪ ਸਭ ਦੇ ਸਾਥ ਦੀ ਲੋੜ ਹੈ। ਮੈਂ ਇਕੱਲਾ ਬਤੌਰ ਮੰਤਰੀ ਕੁਝ ਵੀ ਨਹੀਂ ਕਰ ਸਕਦਾ, ਅਸੀਂ ਇਕੱਲੇ ਇੱਥੇ ਬੈਠ ਕੇ ਕੁਝ ਅਫਸਰ ਸਾਹਿਬਾਨ ਅਸੀਂ ਕੁਝ ਨਹੀਂ ਕਰ ਸਕਦੇ। ਅਸਲੀ ਬਦਲਾਵ ਤੁਸੀਂ ਲੈ ਕੇ ਆਓਗੇ ਜੀ। ਤੇ ਦੁਬਾਰਾ ਆਪ ਸਭ ਦਾ ਧੰਨਵਾਦ, ਨਾਲ ਹੀ ਸਾਰੇ ਸਟਾਫ ਦਾ ਧੰਨਵਾਦ, ਸਾਡੇ ਸਕੂਲਾਂ 'ਚ ਕੰਮ ਕਰਨ ਵਾਲੇ ਪੀਐਨਸ, ਮਿਡ ਡੇ ਵਰਕਰਸ, ਕਿਉਂਕਿ ਉਹਨਾਂ ਦੀ ਬਹੁਤ ਵੱਡੀ ਭੂਮਿਕਾ ਹੈ। ਸਾਡੇ ਸਾਰੇ ਸੇਵਾਦਾਰਾਂ ਦਾ, ਸਾਡੇ ਸਾਰੇ ਆਪ ਸਭ ਦਾ ਬਹੁਤ ਬਹੁਤ ਧੰਨਵਾਦ। ਤੇ ਮੈਂ ਵਿਸ਼ਵਾਸ ਦਵਾਉਂਦਾ ਕਿ ਆਪਾਂ ਸਾਰੇ ਮਿਲ ਕੇ ਆਪਣੀ ਇਸ ਮਿਸ਼ਨ 'ਚ ਕਾਮਯਾਬ ਹੋਵਾਂਗੇ। ਬਹੁਤ ਧੰਨਵਾਦ। ਅਸੀਂ ਬਹੁਤ ਧੰਨਵਾਦੀ ਹਾਂ ਮੰਤਰੀ ਸਾਹਿਬ ਦੇ ਕਿ ਉਹਨਾਂ ਨੇ ਜਿਹੜਾ ਗਰਾਊਂਡ ਵਰਕ ਕੀਤਾ ਆ ਉਹ ਉਹਨਾਂ ਦੀਆਂ ਸ਼ਬਦਾਂ ਦੇ ਵਿੱਚ ਨਜ਼ਰ ਆ ਰਿਹਾ ਤੇ ਜਿਹੜਾ ਤੁਸੀਂ ਕੌਨਫੀਡੈਂਸ ਅਧਿਆਪਕਾਂ ਦੇ ਵਿੱਚ, ਸਕੂਲਾਂ ਦੇ ਵਿੱਚ ਦਿਖਾ ਰਹੇ ਹੋ